रहणी रहे सोई सिख मेरा, वो साहिब मैं उसका चेरा। पियो पहुल खंड तार, होए जन्म सहेला। वाह वाह गोबिंद सिंह, आपे गुर चेला। किरपा करहो दीन के दाते, मेरा गुण अवगुण न विचार हो कोई। माटी का क्या धोपै स्वामी, मानस की गत एही। ज्ञान ध्यान किश कर्म न जाना, सार न जानहा तेरी। सब ते वड्डा सतगुर नानक, जिन कल राखी मेरी। जो निज प्रभ मोह सो कहा, सो कहूँ जग माहै। जो ते प्रभ को ध्याए हैं, अंत स्वर्ग को जाहे। सगल दुआरे को छाड़िक, गयो तुहारो दुआर। बाहें गहे की लाज अस, गोबिंद दास तुहार। सतनाम श्री वाहिगुरु साहिब जीओ। चौपई कड़ाह प्रसाद की, वेद सुन लीजै। तीन पांत को समसर कीजै। लेपन आगै बहुकर दीजै, मांजन कर भांजन तो बीजै। कर इस्नान पवित्र होए बहै, वाहिगुर बिन अवर न कहै। नवतन कुंभ पूर जल लेह, गोबिंद फल सब तिसको देह। कड़ाह प्रसाद की विध सुन लीजै। परम सन्मानयोग गुरु रूप गुरु ਸਰੂਪ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਬਚਨ, ਜੋ ਕਿ 52 ਕਵੀਆਂ ਦੇ ਸਰਮੌਰ ਕਵੀ ਭਾਈ ਨੰਦ ਲਾਲ ਸਾਹਿਬ ਜੀ ਨੇ ਜਿਹੜੇ ਹਨ ਕਲਮਬੰਦ ਕੀਤੇ। ਇਸ ਗ੍ਰੰਥ ਦਾ ਨਾਮ ਤਨਖਾਹਨਾਮੇ ਹੈ। ਜੋ ਮਨੁੱਖ ਰਹਿਤ ਤੋਂ ਉਲਟ ਜਾਂਦਾ ਹੈ, ਉਸ ਲਈ ਧਰਮਦੰਡ ਕਿਹੜਾ ਹੈ, ਇਸ ਬਾਬਤ ਜੋ ਬਚਨ ਹਨ, ਤਿੰਨਾਂ ਦੀ ਲੜੀਵਾਰ ਕਥਾ ਆਰੰਭ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ। ਰਹਿਤ ਮਰਿਆਦਾ ਦੇ ਬਚਨਾਂ ਤੇ ਪਹਿਰਾ ਦੇਣ ਦਾ ਬਲ ਉਦਮ ਬਖਸ਼ਣ। ਮਹਾਰਾਜ ਕਿਰਪਾ ਕਰਦੇ ਹਨ। ਇਸ ਤਨਖਾਹਨਾਮੇ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਸਵਾਲ ਕਰਦੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤਰ ਦਿੰਦੇ ਹਨ। ਗੁਰੂ ਸਾਹਿਬ ਜੀ ਦੀ ਇਸ ਪਾਵਨ ਬਖਸ਼ਿਸ਼ ਨੂੰ ਵਿਚਾਰਨ ਦਾ ਯਤਨ ਕਰੀਏ। ਸਭਨਾਂ ਨੇ ਸਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਨੰਦ ਲਾਲ ਸਾਹਿਬ ਜੀ ਨੇ ਸਵਾਲ ਕਰਨਾ ਕੀਤਾ ਕੜਾਹ ਪ੍ਰਸ਼ਾਦ ਦੀ ਦੇਗ ਬਾਬਤ। ਕੜਾਹ ਪ੍ਰਸ਼ਾਦ ਦਾ ਬੜਾ ਮਹਾਤਮ ਹੈ ਸਿੱਖ ਜਗਤ ਦੇ ਵਿੱਚ, ਪੰਥ ਦੇ ਅੰਦਰ। ਇਹ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਵੀ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹੈ। ਇੱਕ ਤਰੀਕੇ ਨਾਲ ਇੱਦਾਂ ਵੀ ਵੇਖਿਆ ਜਾਂਦਾ ਹੈ ਵੀ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਹੋਵੇ ਨਾ, ਤਾਂ ਆਮ ਜੀ ਗੱਲ ਆਪਾਂ ਸਾਰਿਆਂ ਨੂੰ ਪਤਾ, ਮਿੱਠਾ ਵੰਡਦੇ ਹਾਂ, ਮੂੰਹ ਮਿੱਠਾ ਕਰਦੇ ਹਾਂ, ਮਠਿਆਈ ਵੰਡਦੇ ਹਾਂ। ਤੇ ਮਹਾਰਾਜ ਨੇ ਇੰਨੀ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਪੰਥ ਨੂੰ ਰੱਖਿਆ ਵੀ ਘਰ ਦੇ ਵਿੱਚ ਜੇ ਬੱਚਾ ਜਨਮਿਆ ਤਾਂ ਵੀ ਕੜਾਹ ਪ੍ਰਸ਼ਾਦ, ਮਿੱਠਾ ਪਦਾਰਥ ਛਕਾ, ਗੁਰੂ ਨੂੰ ਭੋਗ ਲਵਾ ਕੇ। ਜੇ ਕਿਸੇ ਦੀ ਮੌਤ ਹੋ ਜਾਵੇ ਤਾਂ ਵੀ ਗਮ ਨਾ ਕਰ, ਤਾਂ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵੀ ਫਿਰ ਵੀ ਕੜਾਹ ਪ੍ਰਸ਼ਾਦ ਵਰਤਦਾ, ਉੱਥੇ ਹੋਰ ਕੋਈ ਨਹੀਂ। ਫਿਰ
ਵੀ ਹੋਰ ਕੋਈ ਚੀਜ਼ ਵਰਤਾ ਲਾ। ਉੱਥੇ ਹੀ ਫਿਰ ਕੜਾਹ ਪ੍ਰਸ਼ਾਦ ਹੈ। ਮਹਾਰਾਜ ਨੇ ਸੁੱਖ ਤੇ ਦੁੱਖ ਦੇ ਵਿੱਚ ਇੱਕ ਹੀ ਨਿਯਮ ਰੱਖਿਆ, ਇੱਕ ਹੀ ਮਰਿਆਦਾ ਰੱਖੀ ਹੈ। ਜੋ ਮਰਿਆਦਾ ਸੁੱਖ ਵੇਲੇ ਹੈ ਉਹੀ ਮਰਿਆਦਾ ਦੁੱਖ ਵੇਲੇ ਹੈ। ਤਾਂ ਇਸ ਤਰ੍ਹਾਂ ਮਹਾਰਾਜ ਨੇ ਆਪਣੇ ਖਾਲਸਾ ਪੰਥ ਨੂੰ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਜੀਵਨ ਬਖਸ਼ਿਆ। ਕੜਾਹ ਪ੍ਰਸ਼ਾਦ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੇਲੇ ਭੋਗ ਲਾ ਕੇ ਵਰਤਾਇਆ ਜਾਂਦਾ ਹੈ। ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਉਦੋਂ ਵਰਤਾਇਆ ਜਾਂਦਾ, ਜਾਂ ਗੁਰਮੁਖ ਜਨ ਜਦੋਂ ਕੋਈ ਵੀ ਕਾਰਜ ਕਰਦੇ ਹਨ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਦੇ ਨੇ, ਭੋਗ ਲਵਾ ਕੇ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ। ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ ਮਰਿਆਦਾ ਕੀ ਹੈ? ਕੜਾਹ ਪ੍ਰਸ਼ਾਦ ਤਾਂ ਆਪਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਿਆਰ ਤਾਂ ਕਰ ਲੈਂਦੇ ਹਾਂ, ਪਰ ਉਹਦੀ ਮਰਿਆਦਾ ਵੀ ਪਤਾ ਹੋਣੀ ਚਾਹੀਦੀ ਹੈ। ਕਿਤੇ ਭੁਲੇਖੇ ਦੇ ਵਿੱਚ ਕੋਈ ਗਲਤੀਆਂ ਤੇ ਨਹੀਂ ਕਰਦੇ। ਕੋਈ ਮਨੁੱਖ ਸਮਝਾਵੇ ਤਾਂ ਅੱਗੋਂ ਫਿਰ ਉਹ ਬੰਦਾ ਕਹਿੰਦਾ ਤੈਨੂੰ ਬੜਾ ਪਤਾ, ਵੱਡਾ ਮਰਿਆਦਾ ਪੁਰਸ਼ੋਤਮ ਬਣੀ ਫਿਰਦਾ। ਪਰ ਇੱਥੇ ਹੁਣ ਕੋਈ ਸਵਾਲ ਨਹੀਂ ਰਹਿ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕੜਾਹ ਪ੍ਰਸ਼ਾਦ ਦੀ ਮਰਿਆਦਾ ਦੱਸਦੇ ਨੇ ਤੇ ਭਾਈ ਨੰਦ ਲਾਲ ਸਾਹਿਬ ਜੀ ਕਲਮਬੰਦ ਕਰਦੇ ਨੇ। ਤਾਂ ਗੁਰੂ ਸਾਹਿਬ ਜੀ ਨੇ ਚੌਪਈ ਦੇ ਵਿੱਚ ਜੋ ਮਰਿਆਦਾ ਦੱਸੀ, ਭਾਈ ਨੰਦ ਲਾਲ ਜੀ ਨੇ ਚੌਪਈ ਦੇ ਵਿੱਚ ਉਹ ਕਲਮਬੰਦ ਕੀਤੀ ਹੈ। ਤੇ ਆਓ ਇਹ ਮਰਿਆਦਾ ਕੀ ਹੈ, ਕਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਕਿਵੇਂ ਵਰਤਾਉਣੀ ਹੈ, ਕੀ ਚੀਜ਼ਾਂ ਹਨ, ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਹੈ। ਆਓ ਮਹਾਰਾਜ ਦੇ ਪਾਵਨ ਪਵਿੱਤਰ ਬਚਨ ਸੁਣੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕੜਾਹ ਪ੍ਰਸਾਦ ਕੀ ਬਿਧ ਸੁਣ ਲੀਜੈ। ਤੇ ਮਹਾਰਾਜ ਕਹਿੰਦੇ ਹੁਣ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਸੁਣੋ। ਮਰਿਆਦਾ ਕੀ ਹੈ, ਬਿਧ ਮਾਨੇ ਰੀਤੀ ਕੀ ਹੈ, ਵਿਧੀ ਕੀ ਹੈ, ਪ੍ਰਕਿਰਿਆ ਕੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਾਵਨ ਮੁਖ ਤੋਂ ਦੱਸਦੇ ਹਨ, ਤੀਨ ਭਾਂਤ ਕੋ ਸਮਸਰ ਕੀਜੈ। ਤਿੰਨ ਚੀਜ਼ਾਂ ਇੱਕ ਸਮਾਨ ਕਰ ਲਵੋ, ਤਿੰਨ ਪ੍ਰਕਾਰ ਕਰ ਲਵੋ, ਤਿੰਨ ਪ੍ਰਕਾਰ ਨੂੰ ਇੱਕ ਸਮਸਰ, ਇੱਕ ਤੁਲ ਕਰ ਲਵੋ। ਜੋ ਵੀ ਮਿੱਠਾ ਵਿੱਚ ਸ਼ੱਕਰ ਪਾਉਣੀ ਉਹ ਵੀ, ਘਿਓ ਤੇ ਆਟਾ ਇੱਕ ਭਾਰ ਬਰਾਬਰ ਹੋਣ। ਜਿਵੇਂ ਅੱਧਾ ਕਿਲੋ ਆਟਾ ਜੇ ਆ ਤੇ ਅੱਧਾ ਕਿਲੋ ਹੀ ਘਿਓ ਹੋਵੇ ਤੇ ਅੱਧਾ ਕਿਲੋ ਹੀ ਸ਼ੱਕਰ ਹੋਵੇ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਬਰਾਬਰ ਹੋਵੇ। ਲੇਪਨ ਆਗਹਿ ਬਹੁ ਕਰ ਦੀਜੇ। ਤਾਂ ਜਿਹੜੇ ਚੌਂਕੇ ਦੇ ਭਾਈ, ਜਿਹੜੇ ਚੁੱਲ੍ਹੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ, ਸਵੱਛਤਾ ਜ਼ਰੂਰੀ ਹੈ, ਸੁਚਮਤਾ ਜ਼ਰੂਰੀ ਹੈ। ਤਾਂ ਉਹਨੂੰ ਪਹਿਲਾਂ ਲੇਪੋ, ਲਿਪਣਾ ਕਰੋ। ਪੁਰਾਣੇ ਸਮੇਂ ਦੇ ਵਿੱਚ ਮਾਈਆਂ ਜਿਹੜੀਆਂ ਸਨ, ਘਰ ਦਾ ਵਿਹੜਾ ਲਿਪਿਆ ਕਰਦੀਆਂ ਸਨ ਗੋਹੇ ਦੇ ਨਾਲ। ਤਾਂ ਇਸ ਤਰ੍ਹਾਂ ਬੜੀ ਸਫਾਈ ਆਉਂਦੀ ਹੈ। ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਲਿਪਣਾ ਕਰੋ ਵੀ ਚੰਗੇ ਤਰੀਕੇ ਦੇ ਨਾਲ ਸਵੱਛਤਾ ਕਰੋ। ਜਿਹੜਾ ਵੀ ਜਿਸ ਚੁੱਲ੍ਹੇ ਦੇ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ, ਇਹ ਨਾ ਹੋਵੇ ਵੀ ਉੱਥੇ ਪਹਿਲਾਂ ਹੀ ਰਾਤ ਦੀ ਦਾਲ ਸਬਜ਼ੀ ਬਣੀ ਹੋਵੇ ਤੇ ਉਹੀ ਜੂਠ ਮੀਠ ਉੱਤੇ ਡੁੱਲੀ ਹੋਵੇ ਤੇ ਅਗਲੇ ਦਿਨ ਕੜਾਹੀ ਧਰ ਦਿਓ ਕੜਾਹ ਪ੍ਰਸ਼ਾਦ ਦੀ। ਨਹੀਂ, ਇੱਦਾਂ ਨਹੀਂ। ਪਹਿਲਾਂ ਚੁੱਲ੍ਹੇ ਦੀ ਸਦਾਈ ਕਰੋ, ਚੰਗੀ ਤਰ੍ਹਾਂ ਉਹਨੂੰ ਲਿਪਣਾ ਕਰੋ। ਬਹੁ ਕਰ ਦੀਜੇ, ਫਿਰ ਝਾੜੂ ਮਹਾਰਾਜ ਕਹਿੰਦੇ ਫੇਰੋ। ਉੱਥੇ ਗੰਦਗੀ ਨਾ ਕਿਸੇ ਪ੍ਰਕਾਰ ਦੀ ਰਵੇ ਤੇ ਆਪਣੇ ਜੋੜੇ ਉਤਾਰ ਕੇ ਜਾਵੋ, ਉੱਥੇ ਜੋੜੇ ਨਾ ਪਾਵੋ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਕੰਮ ਕਰਨਾ ਕਰੋ। ਮਾਂਜਣ ਕਾਰ ਭਾਂਜਣ ਤੋਂ ਬੀਜੇ, ਤੇ ਚੰਗੀ ਤਰ੍ਹਾਂ ਜਿਸ ਸਰਬ ਲੋਹ ਦੀ ਕੜਾਹੀ ਦੇ ਵਿੱਚ ਦੇਗ ਤਿਆਰ ਕਰਨੀ ਉਹਨੂੰ ਮਾਂਜਣਾ ਕਰੋ। ਉਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਧੋਵੋ। ਸਵੱਛਤਾ ਇੱਕ ਚੰਗੀ ਤਰ੍ਹਾਂ, ਉਹਦੇ ਵਿੱਚ ਆਲਸ ਨਾ ਕਰੋ ਵੀ ਦਵਾ ਦਵ ਪਿਛਲੀ ਦੇਗ ਦਾ ਲੱਗਾ ਜੋ ਵੀ ਸਮਾਨ ਲੱਗਾ ਆ ਕੜਾਹੀ ਨੂੰ ਵੀ ਚੱਲਣ ਦਿਓ, ਉਵੇਂ ਧਰ ਦਿਓ ਚੁੱਲ੍ਹੇ ਦੇ ਉੱਤੇ। ਇਸ ਤਰ੍ਹਾਂ ਦੀ ਗਲਤੀ ਕਦੇ ਨਾ ਕਰੋ। ਚੰਗੀ ਤਰ੍ਹਾਂ ਜਿਹੜਾ ਹੈ ਵੀ ਰੇਤੇ ਦੇ ਨਾਲ ਸਵਾਹ ਦੇ ਨਾਲ ਵੀ ਮਾਂਜੋ ਸਰਬ ਲੋਹ ਦੀ ਕੜਾਹੀ ਨੂੰ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਬਰਤਨ ਨੂੰ ਸਵੱਛ ਕਰ ਲਵੋ, ਬਰਤਨ ਨੂੰ ਚੰਗੀ ਤਰ੍ਹਾਂ ਮਾਂਜ ਧੋ ਲਵੋ। ਕਰ ਇਸ਼ਨਾਨ ਪਵਿੱਤਰ ਹੋਏ ਬਹਿ। ਤਾਂ ਜਿਹੜੇ ਗੁਰਮੁਖਾਂ ਨੇ ਦੇਗ ਤਿਆਰ ਕਰਦੇ ਨੇ ਤੇ ਨਾਲ ਮਦਦ ਕਰਾਉਂਦੇ ਨੇ ਦੇਗ ਤਿਆਰ ਕਰਨ ਦੀ, ਆਪ ਵੀ ਇਸ਼ਨਾਨ ਕਰੇ। ਇਸ਼ਨਾਨ ਕਰੇ, ਨਿਤਨੇਮ ਕਰੇ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਬਵੇ। ਚੰਗੀ ਤਰ੍ਹਾਂ ਇਸ਼ਨਾਨ ਕਰਕੇ ਬਸਤਰ ਸੋਹਣੇ ਨਵੇਂ ਬਸਤਰ ਪਹਿਨ ਕੇ
ਤੇ ਵਧੀਆ ਦਸਤਾਰ ਸਜਾ ਕੇ ਤੇ ਇਸ ਤਰ੍ਹਾਂ ਬਹਿਣਾ ਕਰੇ ਜਦੋਂ ਦੇਗ ਤਿਆਰ ਕਰਨੀ। ਇਹ ਨਹੀਂ ਵੀ ਚਲੋ ਮੂੰਹ ਹੱਥ ਧੋ ਲਿਆ ਜਾਂ ਆਲਸ ਕਰਕੇ ਠੰਡ ਕਰਕੇ ਵੀ ਜੇ ਨਹਾਉਣਾ ਨਹੀਂ ਆ ਵੀ 5 ਇਸ਼ਨਾਨਾਂ ਕਰਕੇ ਵੀ ਦੇਗ ਤਿਆਰ ਕਰ ਲਓ, ਹੋ ਗਈ ਦੇਗ ਤਿਆਰ, ਐਵੇਂ ਨਹੀਂ, ਬੜੀ ਵੱਡੀ ਗਲਤੀ ਆ। ਇਹ ਦਾਸ ਆਪਣੇ ਕੋਲੋਂ ਨਹੀਂ ਕਹਿ ਰਿਹਾ, ਆਪ ਸਭ ਦੇ ਸਨਮੁਖ ਹੀ ਆ ਸਭ ਕੁਝ। ਮਹਾਰਾਜ ਤਨਖਾਹਨਾਮੇ ਸਾਹਿਬ ਦੇ ਵਿੱਚ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੋ ਲਿਖੀ ਗਏ ਵੀ ਇਸ਼ਨਾਨ ਕਰਕੇ ਤੇ ਪਵਿੱਤਰ ਹੋ ਕੇ ਦੇਗ ਤਿਆਰ ਕਰਨੀ ਚਾਹੀਦੀ ਹੈ ਕੜਾਹ ਪ੍ਰਸ਼ਾਦ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਸ ਚੁੱਲ੍ਹੇ ਤੇ ਜਿੱਥੇ ਦੇਗ ਤਿਆਰ ਕਰਨੀ ਹੈ ਖੁਦ ਇਸ਼ਨਾਨ ਕਰਕੇ ਤੇ ਪਵਿੱਤਰ ਹੋ ਕੇ ਬਹਿਣਾ ਕਰੋ। ਵਾਹਿਗੁਰ ਬਿਨ ਅਵਰ ਨਾ ਕਹੈ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ ਗੱਲ ਨਾ ਕਵੇ, ਹੋਰ ਕੋਈ ਮੂੰਹੋਂ ਬਚਨ ਨਾ ਕਵੇ। ਜਦੋਂ ਦੇਗ ਤਿਆਰ ਹੁੰਦੀ ਹੋਵੇ ਤੇ ਉਦੋਂ ਲਾਗੇ ਬਾਣੀ ਪੜ੍ਹਨੀ ਚਾਹੀਦੀ ਹੈ, ਗੱਲਾਂ ਬਾਤਾਂ ਨਹੀਂ ਬਿਲਕੁਲ ਕਰਨੀਆਂ ਚਾਹੀਦੀਆਂ। ਕਈ ਮਾਫ ਕਰਿਓ ਵੇਖਿਆ ਆ ਵੀ ਆਪਣੇ ਗੱਲਾਂ ਲੈ ਕੇ ਬਹਿ ਜਾਂਦੇ ਨੇ, ਦੁਨਿਆਵੀ ਨਾਲ ਨਾਲ ਦੇਗ ਤਿਆਰ ਹੁੰਦੀ ਆ ਤੇ ਨਾਲ ਆਪਣੀਆਂ ਹੀ ਘਰ ਦੇ ਸੁੱਖ ਦੁੱਖ ਫੋਲੀ ਜਾਂਦੇ ਆ। ਤਾਂ ਇਹ ਬੜੀ ਵੱਡੀ ਗਲਤੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵਾਹਿਗੁਰੂ ਬਿਨ ਅਵਰ ਨਾ ਕਹੇ, ਵਾਹਿਗੁਰੂ ਦੇ ਨਾਮ ਤੋਂ ਬਗੈਰ, ਪ੍ਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਕੋਈ ਗੱਲ ਨਾ ਕਰੇ ਜਦੋਂ ਦੇਗ ਤਿਆਰ ਹੁੰਦੀ। ਤਾਂ ਜਦੋਂ ਦੇਗ ਤਿਆਰ ਹੁੰਦੀ ਗੁਰਮੁਖੋ ਬੜਾ ਧਿਆਨ ਦੇਣ ਯੋਗ ਗੱਲ ਹੈ ਵੀ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ, ਉਦੋਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੀਦੀ, ਸਿਰਫ ਬਾਣੀ ਪੜ੍ਹਨੀ ਚਾਹੀਦੀ ਹੈ। ਜਿਹੜੇ ਵੀ ਗੁਰਮੁਖ ਲਾਗੇ ਦੇਗ ਤਿਆਰ ਕਰਦੇ ਆ, ਕਰਵਾਉਂਦੇ ਹਨ ਵੀ ਪ੍ਰਮਾਤਮਾ ਦੀ ਨਾਮ ਹੀ ਲਵੋ, ਬਾਣੀ ਲਵੋ, ਕਿਉਂਕਿ ਇਹ ਅਸਰ ਹੁੰਦਾ ਹੈ। ਆਪਾਂ ਪ੍ਰਸ਼ਾਦਾ ਤਿਆਰ ਕਰਦੇ ਆ ਨਾ, ਜਦੋਂ ਘਰ ਦੇ ਵਿੱਚ ਵੀ ਆਮ ਹੀ ਤੌਰ ਤੇ ਵੇਖੀਏ ਪ੍ਰਸ਼ਾਦਾ ਤਿਆਰ ਕਰੀਏ ਤਾਂ ਜੋ ਵੀ ਆਪਾਂ ਗੱਲਾਂ ਕਰਦੇ ਆ ਨਾ ਵੀ ਉਹਦਾ ਅਸਰ ਹੁੰਦਾ ਹੈ ਅੰਨ ਦੇ ਵਿੱਚ। ਤਾਂ ਘਰ ਦੇ ਵਿੱਚ ਵੀ ਉਹ ਗੱਲ ਚੋਂ ਗੱਲ ਨਿਕਲੀ ਆ ਵੀ ਘਰ ਦੇ ਵਿੱਚੋਂ ਵੀ ਜੇ ਰਸੋਈ ਦੇ ਵਿੱਚ ਆਪਾਂ ਆਟਾ ਗੁੰਨਦੇ ਜਾਂ ਮਾਈਆਂ ਪ੍ਰਸ਼ਾਦੇ ਤਿਆਰ ਕਰਦੇ ਜਾਂ ਕੋਈ ਵੀ, ਤਾਂ ਉਦੋਂ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਹੀ ਕਰੇ, ਹੋਰ ਕੋਈ ਗੱਲਾਂ ਨਾ ਕਰੇ, ਉਹਦਾ ਅਸਰ ਹੁੰਦਾ ਫਿਰ ਪ੍ਰਸ਼ਾਦੇ ਦੇ ਵਿੱਚ ਬਰਕਤ ਆਉਂਦੀ। ਤਾਂ ਦੇਗ ਤੇ ਬਹੁਤ ਵੱਡੀ ਚੀਜ਼ ਹੈ ਨਾ, ਬਹੁਤ ਵੱਡਾ ਮਹਾਤਮਾ ਸਿੱਖ ਜਗਤ ਦੇ ਵਿੱਚ, ਪੰਥ ਦੇ ਵਿੱਚ ਗੁਰੂ ਸਾਹਿਬ ਜੀ ਦੀ ਤੋਰੀ ਹੋਈ ਮਰਿਆਦਾ ਹੈ। ਤਾਂ ਮਹਾਰਾਜ ਕਹਿੰਦੇ ਵੀ ਜਦੋਂ ਦੇਗ ਤਿਆਰ ਕਰੇ ਕੜਾਹ ਪ੍ਰਸ਼ਾਦ ਦੀ ਤੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ ਗੱਲ ਨਾ ਕਵੇ। ਨਵਤਨ ਕੁੰਭ ਪੂਰ ਜਲ ਲੇਹੇ, ਤੇ ਕਹਿੰਦੇ ਨਵਾਂ ਤਾਜ਼ਾ ਜਲ ਵਰਤੇ ਤੇ ਨਵਾਂ ਘੜਾ ਵਰਤੇ, ਉਦੋਂ ਜਲ ਲਈ ਸਾਫ਼ ਘੜਾ ਵਰਤੇ। ਪੂਰ ਜਲ ਲਏ ਤਾਂ ਫਿਰ ਉਹ ਜਲ ਲੈਣਾ ਕਰੇ। ਤਾਂ ਜਿਹੜੀ ਜਲ ਆਪਾਂ ਦੇਗ ਦੇ ਵਿੱਚ ਤਿਆਰ ਕਰਦੇ ਹਾਂ, ਜਲ ਵੀ ਪੈਂਦਾ ਹੈ ਦੇਗ ਦੇ ਵਿੱਚ, ਤਾਂ ਜਲ ਵੀ ਕਹਿੰਦੇ ਤਾਜ਼ਾ ਹੋਣਾ ਚਾਹੀਦਾ ਹੈ ਤੇ ਨਵੇਂ ਘੜੇ ਭਾਵ ਸਵੱਛ ਭਾਂਡੇ ਦੇ ਵਿੱਚ ਨਾਲ ਲਵੇ। ਤਾਂ ਇਸ ਤਰ੍ਹਾਂ ਜਿਹੜਾ ਇਹ ਮਰਿਆਦਾ ਦੇ ਪਹਿਰਾ ਦੇਵੇਗਾ, ਇਸ ਤਰ੍ਹਾਂ ਤਿਆਰ ਕਰੇਗਾ ਦੇਗ, ਤਾਂ ਉਹਨਾਂ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਗਾਂਹ ਬਚਨ ਹਨ। ਗੋਬਿੰਦ ਫਲ ਸਭ ਤਿਸ ਕਉ ਦੇਹ, ਕਹਿੰਦੇ ਅਸੀਂ ਫਿਰ ਸਭ ਫਲ ਕਿਰਪਾ ਜਿਹੜੀ ਹੈ ਉਸ ਤੇ ਕਰਦੇ ਹਾਂ, ਉਹਨੂੰ ਚੰਗਾ ਫਲ ਦਿੰਦੇ ਹਾਂ ਜਿਹੜਾ ਮਰਿਆਦਾ ਦੇ ਅੰਦਰ ਦੇਗ ਤਿਆਰ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਖੁਦ ਮਰਿਆਦਾ ਦੱਸੀ ਹੈ ਦੇਗ ਤਿਆਰ ਕਰਨ ਦੀ, ਹੋਰ ਕਿਸੇ ਦੀ ਆਪਣੀ ਨਿੱਜੀ ਵਿਚਾਰ ਨਹੀਂ ਆ, ਕਿਸੇ ਮਨੁੱਖ ਦੀ ਆਪਣੀ ਮਰਿਆਦਾ ਬਣਾਈ ਹੋਈ ਨਹੀਂ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ। ਤੇ ਭਾਈ ਇਸ ਤਰ੍ਹਾਂ ਹੀ ਧਿਆਨ ਰੱਖਣਾ ਚਾਹੀਦਾ ਹੈ। ਇਹ ਵਿਧੀ ਹੈ, ਇਹ ਮਰਿਆਦਾ ਹੈ ਦੇਗ ਤਿਆਰ ਕਰਨ ਦੀ ਵੀ ਆਪ ਵੀ ਇਸ਼ਨਾਨ ਕਰੇ, ਚੌਂਕਾ ਵੀ ਸੋਧੇ ਤੇ ਚੰਗੀ ਤਰ੍ਹਾਂ ਕੜਾਹੀ ਵੀ ਸਰਬਲੋਹ ਦੀ ਮਾਂਜੇ, ਬਰਤਨ ਵੀ ਸੁੱਚੇ ਹੋਣ, ਚੰਗੀ ਤਰ੍ਹਾਂ ਮਾਂਜੇ ਹੋਣ ਤੇ ਬਾਣੀ ਦਾ ਜਾਪ ਕਰੇ ਜਦੋਂ ਦੇਗ ਤਿਆਰ ਕਰਨੀ। ਤੇ ਜਿਹੜਾ ਇਸ ਮਰਿਆਦਾ ਤੇ ਪਹਿਰਾ ਦੇਵੇਗਾ ਤੇ ਮਹਾਰਾਜ ਕਹਿੰਦੇ ਗੋਬਿੰਦ ਫਲ ਸਭ ਤਿਸ ਕੋ ਦੇ, ਉਸ ਨੂੰ ਸਾਰਾ ਫਲ ਦਿੰਦੇ ਹਾਂ, ਸਾਰੀ ਕਿਰਪਾ ਉਹਦੇ ਤੇ ਕਰਦੇ ਹਾਂ। ਕਰ ਤਿਆਰ ਚੌਂਕੀ ਪਰ ਧਰੇ, ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਨ ਜਿਤਨੀ ਵੀ ਮਰਿਆਦਾ ਦੱਸੀ ਹੈ ਵੀ ਇਸ ਤਰ੍ਹਾਂ ਤਿਆਰ ਕਰਕੇ ਚੌਂਕੀ ਤੇ ਚੁੱਲ੍ਹੇ ਤੇ ਦੇਗ ਧਰਦਾ ਹੈ, ਭਾਵ ਤਿਆਰ ਕਰਨ ਲਈ ਰੱਖਦਾ ਹੈ। ਚਾਰ ਔਰ ਬਹਿ ਕੀਰਤਨ ਕਰੇ, ਤੇ ਉਹ ਜਿਹੜੇ ਆਸੇ ਪਾਸੇ ਹੋਰ ਵੀ ਵੀਰ ਹੁੰਦੇ ਦੇਗ ਤਿਆਰ ਕਰਨ ਲੱਗੇ ਨਾਲ ਗੁਰਮੁਖ ਪਿਆਰੇ ਮਦਦ ਕਰਾਉਂਦੇ ਹਨ, ਤੇ ਫਿਰ ਚਾਰ ਔਰ ਬਹਿ ਕੇ ਕੀਰਤਨ ਕਰੇ। ਉਹ ਵੀ ਗੱਲ ਹੋਰ ਕੋਈ ਨਾ ਕਰੇ ਫਿਰ ਆਪਣੇ, ਜਾਂ ਫਿਰ ਵੇਖਿਆ ਨਾਲ ਉਹ ਮਾਫ ਕਰੇ, ਉਹ ਇੱਕ ਗੱਲ ਬੜੀ ਪ੍ਰਚਲਿਤ ਦੇਗ ਤਿਆਰ ਕਰਦਿਆਂ ਨਾਲ ਭਾਈ ਤੇ ਨਾਲ ਨਾਲ ਵੀਡੀਓ ਬਣਾਉਂਦੇ ਆ ਫੋਨ ਦੇ ਨਾਲ ਵੀ ਸਟੇਟਸ ਲਾਵਾਂਗੇ, ਸਟੋਰੀ ਪਾਵਾਂਗੇ।
ਇਹ ਬੜੀ ਗਲਤ ਕਰ ਰਿਹਾ। ਉਸ ਵੇਲੇ ਮਹਾਰਾਜ ਕਹਿੰਦੇ ਵਾਹਿਗੁਰੂ ਬਿਨ ਅਵਰ ਨਾ ਕਹੇ, ਉਦੋਂ ਤਾਂ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ ਮੁਖ ਤੋਂ ਨਾਂ ਹੀ ਨਹੀਂ ਲੈਣਾ ਚਾਹੀਦਾ ਜਦੋਂ ਦੇਗ ਤਿਆਰ ਕਰਨੀ ਕੜਾਹ ਪ੍ਰਸ਼ਾਦ ਦੀ। ਤੇ ਸਾਡੇ ਵੀਰ ਕੀ ਕਹਿੰਦੇ ਵੀ ਚਲੋ ਵੀ ਦਸੀਏ ਲੋਕਾਂ ਨੂੰ ਵੀ ਮੈਂ ਦੇਗ ਤਿਆਰ ਕਰ ਲਈ। ਤਾਂ ਉਸ ਤਰ੍ਹਾਂ ਫਿਰ ਵੈਸੇ ਵੀ ਮੋਬਾਈਲ ਆਦਿਕ ਨੂੰ ਹੱਥ ਨਹੀਂ ਲਾਉਣੇ ਚਾਹੀਦੇ, ਉਦੋਂ ਉਸ ਟਾਈਮ ਜੂਠੇ ਹੋ ਜਾਂਦੇ ਨੇ ਹੱਥ। ਤਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਏ। ਇਹ ਆਪਣੇ ਅਸੀਂ ਹੁਣ ਕੋਲੋਂ ਨਹੀਂ ਕਹਿੰਦੇ ਵੀ ਜੇ ਕੋਈ ਵੀਰ ਤਰਕ ਕਰੇ ਸਵਾਲ ਪੁੱਛੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਅਸੀਂ ਤਾਂ ਬਸ ਅਰਥ ਕਰਕੇ ਦੱਸਣ ਦੇ। ਤੇ ਮਹਾਰਾਜ ਕਹਿੰਦੇ ਚਾਰ ਔਰ ਬਹਿ ਕੀਰਤਨ ਕਰੇ, ਤੇ ਜਿਹੜੇ ਚਾਰੇ ਪਾਸੇ ਮੇਰੇ ਵੀਰ ਲਾਗੇ ਬਹਿ ਤੇ ਜਾਂਦੇ ਤੇ ਵੀਡੀਓ ਨਾ ਬਣਾਇਆ ਕਰੋ, ਉਹ ਵੀ ਵਾਹਿਗੁਰੂ ਦਾ ਨਾਮ ਜਪਿਆ ਕਰੋ। ਤਾਂ ਇਹ ਦੇਗ ਦੀ ਮਰਿਆਦਾ ਆ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਚਾਰੇ ਔਰ ਚਾਰੇ ਤਰਫ ਬੈਠੇ ਹਨ ਜੋ, ਉਹ ਵੀ ਪ੍ਰਮਾਤਮਾ ਦਾ ਨਾਮ ਕੀਰਤਨੀ ਕਰਨਾ ਕਰੇ। ਸੁਨ ਆਨੰਦ ਲਾਲ ਬਾਤ ਹੈ ਇਹ। ਭਾਈ ਨੰਦ ਲਾਲ ਸਾਹਿਬ ਜੀ ਨੂੰ ਕਹਿੰਦੇ ਭਾਈ ਸਾਹਿਬ ਜੀ ਹੁਣ ਇਹ ਗੱਲ ਸੁਣ ਲਵੋ, ਜਿਸ ਪਰ ਆਪਣੀ ਕਿਰਪਾ ਕਰੇ। ਅਸੀਂ ਉਸ ਉੱਤੇ ਆਪਣੀ ਕਿਰਪਾ ਕਰਦੇ ਹਾਂ ਵੀ ਜਿਹੜਾ ਇਸ ਮਰਿਆਦਾ ਤੇ ਤੁਰਦਾ ਹੈ, ਜਾਂ ਫਿਰ ਜਿਸ ਤੇ ਸਾਡੀ ਕਿਰਪਾ ਹੁੰਦੀ ਹੈ ਉਹੀ ਮਰਿਆਦਾ ਤੇ ਤੁਰਦਾ ਹੈ। ਦੇਖੋ ਦੇਗ ਦਾ ਜਿਹੜਾ ਹੈ ਨਾ, ਜਦੋਂ ਆਪਾਂ ਭੋਗ ਲਵਾਉਣੇ ਆ ਦੇਗ ਨੂੰ, ਤਾਂ ਇਹ ਨਹੀਂ ਸਮਝਣਾ ਚਾਹੀਦਾ ਵੀ ਬਸ ਇਹ ਇੱਕ ਮਰਿਆਦਾ ਹੀ ਆ, ਉਹੀ ਆ ਵੀ ਕਿਰਪਾਨ ਦੇ ਨਾਲ ਭੋਗ ਲਵਾਤਾ ਵੀ ਹੁੰਦਾ ਕੁਝ ਨਹੀਂ, ਬਸ ਇਹ ਮਰਿਆਦਾ ਚੱਲੀ ਆਉਂਦੀ। ਨਹੀਂ, ਇਹ ਗੁਰੂ ਸਾਹਿਬ ਜੀ ਆਪ ਛਕਦੇ ਆ ਜਦੋਂ ਭੋਗ ਲੱਗਦਾ। ਇਸ ਗੱਲ ਤੇ ਇੱਕ ਵਾਰੀ ਤਰਕ ਕੀਤਾ ਕਿਸੇ ਨੇ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ ਦੀ ਗੱਲ ਆ ਵੀ ਕਿਸੇ ਨੇ ਤਰਕ ਕਰ ਦਿੱਤਾ ਵੀ ਤੁਸੀਂ ਬਾਹਮਣਵਾਦ ਵਾਲਾ ਕੰਮ ਕਰਦੇ ਹੋ ਵੀ ਕਿਰਪਾਨ ਦੇ ਨਾਲ ਭੋਗ ਲਵਾਤਾ, ਉਹ ਮੂਰਤੀ ਨੂੰ ਲਵਾਉਂਦੇ, ਤੁਸੀਂ ਕਿਰਪਾਨਾਂ ਨਾਲ ਲਵਾਈ ਜਾਂਦੇ, ਫਰਕ ਇੰਨਾ ਹੀ ਆ ਬਸ। ਉਹਨੇ ਬੜਾ ਭਾਰਾ ਇਹਦਾ ਤਰਕ ਕਰ ਦਿੱਤਾ ਵੀ ਇਹਦਾ ਹੁੰਦਾ ਕੀ ਹੈ। ਤਾਂ ਸੰਤ ਕਰਤਾਰ ਸਿੰਘ ਜੀ ਨੇ ਕਿਹਾ ਵੀ ਐਸੀ ਗੱਲ ਨਹੀਂ ਹੈ ਵੀ ਗੁਰੂ ਸਾਹਿਬ ਜੀ ਤੁਸੀਂ ਭੋਗ ਲਵਾਉਣੇ ਨਾ ਕਿਰਪਾਨ ਦਾ ਆਪ ਛਕਦੇ ਵਿੱਚੋਂ, ਉਹ ਕਿੱਥੇ ਮੰਨੇ ਵੀ ਉਹ ਤਰਕਵਾਦੀ ਹੁੰਦੇ ਇੱਦਾਂ ਦੇ ਵੀ ਨਹੀਂ ਇੱਦਾਂ ਕਿੱਦਾਂ ਹੋ ਸਕਦਾ, ਪ੍ਰੂਫ ਮੰਗਦੇ ਨਾ ਵੀ ਕੋਈ ਸਬੂਤ ਦੇਵੋ। ਤਾਂ ਸੰਤ ਜੀ ਕਹਿੰਦੇ ਠੀਕ ਆ, ਕੱਲ੍ਹ ਨਾ ਕੜਾਹ ਪ੍ਰਸ਼ਾਦ ਦੀ ਦੇਗ ਮਰਿਆਦਾ ਨਾਲ ਤਿਆਰ ਕਰਾਂਗੇ ਤੇ ਭੋਗ ਲਵਾਉਣ ਤੋਂ ਪਹਿਲਾਂ ਉਹਦਾ ਉਸ ਦੇਗ ਦਾ ਭਾਰ ਜੋਖਾਂਗੇ ਤੇ ਫਿਰ ਭੋਗ ਲਵਾਉਣ ਤੋਂ ਬਾਅਦ ਭਾਰ ਜੋਖਾਂਗੇ, ਵੇਖੀਏ ਵੀ ਫਰਕ ਆਉਂਦਾ ਵਿੱਚ, ਦੇਗ ਘਟਦੀ ਆ। ਮਰਿਆਦਾ ਦੇ ਨਾਲ ਜੋ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸੀ ਤਨਖਾਹਨਾਮੇ ਦੇ ਵਿੱਚ, ਉਹਦੇ ਨਾਲ ਦੇਗ ਤਿਆਰ ਹੋਈ। ਅਰਦਾਸ ਕਰਕੇ ਕਿਰਪਾਨ ਦਾ ਭੋਗ ਲਵਾਇਆ ਗਿਆ। ਭੋਗ ਲਵਾਉਣ ਤੋਂ ਪਹਿਲਾਂ ਜਿਹੜਾ ਭਾਰ ਤੋਲਿਆ ਸੀ, ਭੋਗ ਲਵਾਉਣ ਤੋਂ ਬਾਅਦ ਫਿਰ ਭਾਰ ਤੋਲਿਆ ਤੇ ਪਾਈਆ ਦੇਗ ਵਿੱਚੋਂ ਘੱਟ ਸੀ। ਤੇ ਜਿਹੜੇ ਸਬੂਤ ਮੰਗਦੇ ਸੀ ਫਿਰ ਦੰਦਾਂ ਥੱਲੇ ਉਂਗਲਾਂ ਆ ਗਈਆਂ। ਫਿਰ ਇੱਥੋਂ ਇਹ ਸਾਬਤ ਹੋਇਆ ਵੀ ਗੁਰੂ ਸਾਹਿਬ ਨਾ ਫਿਰ ਦੇਗ ਆਪ ਛਕਦੇ ਆ। ਤੇ ਇੱਕ ਗੱਲ ਦਾਸ ਹੋਰ ਬੇਨਤੀ ਆਪ ਸਭ ਸੰਗਤਾਂ ਨੂੰ ਕਰੇ ਵੀ ਜਦੋਂ ਵੀ ਭੋਗ ਲਵਾਉਣਾ ਹੈ ਤੇ ਉਹ ਕਈ ਮੇਰੇ ਵੀਰ ਕੀ ਕਰਦੇ ਹਨ ਅਣਜਾਣਪੁਣੇ ਦੇ ਵਿੱਚ, ਚਲੋ ਜਾਣ ਕੇ ਤੇ ਨਹੀਂ ਕੋਈ ਕਰਦਾ, ਦਸੀਏ ਤੇ ਪਤਾ ਲੱਗਦਾ ਹੈ, ਤਾਂ ਉਹ ਜਿੱਦਾਂ ਪੂਰੀ ਪਰਾਤ ਹੁੰਦੀ ਹੈ ਜਾਂ ਪੂਰਾ ਵੱਡਾ ਭਾਂਡਾ ਹੁੰਦਾ ਆ, ਤਾਂ ਉਹਦੇ ਵਿੱਚ ਸਾਰੀ ਦੇਗ ਹੁੰਦੀ ਤੇ ਉਹ 'ਚ ਹੀ ਭੋਗ ਲਵਾ ਦਿੰਦੇ ਨੇ ਕਿਰਪਾਨ ਦੇ ਨਾਲ। ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਸਰਬਲ ਉਹਦੇ ਬਾਟੇ ਦੇ ਵਿੱਚ ਜਿੰਨੀ ਕੁ ਆਪਾਂ ਦੇਗ ਛਕ ਸਕਦੇ ਹਾਂ ਓਨੀ ਕੁ ਕੱਢੇ ਤੇ ਉਸ ਨੂੰ ਭੋਗ ਲਾਵੇ। ਹੁਣ ਕੋਈ ਮੇਰੇ ਸਾਹਮਣੇ ਕੋਈ ਪਰਾਤ ਰੱਖ ਦੂਗਾ ਵੀ ਛਕੀ ਜਾ ਦੇਗ, ਤੇ ਕਿੱਥੇ ਖਾਧੀ ਜਾਣੀ ਪੂਰੀ ਪਰਾਤ। ਗੁਰੂ ਸਾਹਿਬ ਜੀ ਨੂੰ ਓਨਾ ਕੁ ਭੋਗ ਲਾਉਣਾ ਜਿੰਨਾ ਕੁ ਆਪਾਂ ਛਕ ਸਕਦੇ ਹਾਂ, ਤਾਂ ਇਹ ਵੀ ਇੱਕ ਮਰਿਆਦਾ ਹੈ। ਤਾਂ ਇਸ ਤਰ੍ਹਾਂ ਵੀ ਮਹਾਂਪੁਰਖ ਮਰਿਆਦਾ ਦੱਸਦੇ ਹਨ। ਤਾਂ ਇਹ ਮਰਿਆਦਾ ਕੜਾਹ ਪ੍ਰਸ਼ਾਦ ਦੀ ਤਿਆਰ ਕਰਨ ਦੀ ਵਿਧੀ ਗੁਰੂ ਸਾਹਿਬ ਜੀ ਨੇ ਦੱਸੀ ਹੈ ਤਨਖਾਹਨਾਮੇ ਸਾਹਿਬ ਦੇ ਵਿੱਚ। ਤੇ ਅਗਾਂਹ ਮਹਾਰਾਜ ਕਿਰਪਾ ਕਰਦੇ ਹਨ, ਦੋਹਰਾ ਮੋਹਰ ਤੁਰਕ ਕੀ ਸਿਰ ਤਰੇ, ਲੋ ਲਗਾਵੇ ਚਰਣਾ। ਤੁਰਕਾਂ ਦੀ ਮੋਹਰ ਟੋਪੀ ਆਦਿਕ ਜਿਹੜੇ ਸਿਰ ਧਰ ਕੇ ਤੇ ਲਾਗੇ ਬਹਿ ਜਾਂਦੇ ਨੇ ਦੇਗ ਤਿਆਰ ਕਰਨ ਦੇ ਵੇਲੇ, ਲੋਹ ਲਗਾਵੇ ਚਰਨ ਪ੍ਰਸ਼ਾਦਾ ਕਰਨ, ਜਾਂ ਫਿਰ ਪ੍ਰਸ਼ਾਦਾ ਤਿਆਰ ਕਰਨ ਵੇਲੇ ਜਾਂ ਦੇਗ ਤਿਆਰ ਕਰਨ ਵਾਲੇ ਕੜਾਹ ਪ੍ਰਸ਼ਾਦ ਦੀ ਲਗਾਵੇ ਚਰਨ, ਜਿਹੜੇ ਫਿਰ ਚਰਨ ਲਾ ਦਿੰਦੇ, ਪੈਰ ਲਾਉਂਦੇ ਨੇ, ਪਰਵਾਹ ਹੀ ਨਹੀਂ ਕਰਦੇ ਵੀ ਲੱਗ ਗਿਆ ਚੁੱਲ੍ਹੇ ਨੂੰ ਪੈਰ, ਫਿਰ ਕਿਹੜੀ ਗੱਲ, ਇੱਥੇ ਕਿਹੜਾ ਕੋਈ ਵੇਖਣ ਦਾ, ਇੱਥੇ ਕਿਹੜਾ ਕੋਈ ਵੇਖਣ ਦਾ, ਫਿਰ ਕਿਹੜੀ ਗੱਲ ਜੇ ਜੂਠਾ ਹੱਥ ਲੱਗ ਗਿਆ ਕੜਾਹ ਨੂੰ, ਜੇ ਫਿਰ ਕੜਾਹੀ ਨੂੰ ਜੂਠਾ ਹੱਥ ਲੱਗ ਗਿਆ ਜਾਂ ਪੈਰ ਲੱਗ ਗਿਆ ਚੁੱਲ੍ਹੇ ਨੂੰ, ਇੱਥੇ ਕਿਹੜਾ ਕੋਈ ਵੇਂਹਦਾ ਆ ਵੀ ਕੋਈ ਨਹੀਂ ਚੱਲਣ ਦੋ। ਤੇ ਉੱਦਾਂ ਮੋਬਾਇਲ ਤੇ ਵੀ ਉਹ ਟਾਈਪਿੰਗ ਕਰੀ ਜਾਂਦਾ ਤੇ ਫਿਰ ਖੁਰਪਾ ਵੀ ਮਾਰੀ ਜਾਂਦਾ, ਇੱਥੇ ਕਿਹੜਾ ਕੋਈ ਵੇਂਹਦਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੇਖਦਾ ਨਾ ਸਦਾ ਅੰਗ ਸੰਗੇ ਭੰਗਨ ਪੇ ਪੋਤੇ, ਉਹ ਤੇ ਹਮੇਸ਼ਾ ਨਾਲ ਹੀ ਆ, ਉਹ ਤੇ ਵੇਖਦਾ ਤੇਰੇ ਚੰਗੇ ਮਾੜੇ ਕਰਮ। ਤੇ ਮਹਾਰਾਜ ਕਹਿੰਦੇ ਜਿਹੜਾ ਲੋਹ ਲਗਾਵੇ ਚਰਨ, ਤੇ ਜਿੱਦਾਂ ਲੋਹ ਨੂੰ ਫਿਰ ਚਰਨ ਲਗਾਉਂਦਾ ਆ ਕੋਈ,
ਉਹਦੇ ਬਾਬਤ ਮਹਾਰਾਜ ਆਖਦੇ ਹਨ, ਕਹੇ ਗੋਬਿੰਦ ਲਾਲ ਜੀ ਫਿਰ ਹੋਏ ਤਿਸ ਮਰਨ। ਕਹਿੰਦੇ ਭਾਈ ਨੰਦ ਲਾਲ ਜੀ, ਅਸੀਂ ਇਸ ਪ੍ਰਕਾਰ ਫਿਰ ਬਚਨ ਆਖਦੇ ਹਾਂ, ਫਿਰ ਹੋਏ ਤਿਸ ਮਰਨ। ਉਹਦਾ ਫਿਰ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਉਹ ਪਿਆ ਰਹਿੰਦਾ, 84 ਲੱਖ ਜੂਨਾਂ ਦੇ ਵਿੱਚ ਪਿਆ ਰਹਿੰਦਾ। ਬਾਰ ਦਾ ਜਨਮ, ਬਾਰ ਦੀ ਮੌਤ ਹੁੰਦੀ ਰਹਿੰਦੀ ਹੈ। ਕਈ ਤਾਂ ਇਸ ਤਰ੍ਹਾਂ ਵੀ ਕਰਦੇ ਹਨ, ਮਾਫ਼ ਕਰਿਓ, ਵੇਖਿਆ ਤਾਂ ਗੱਲ ਕਰਦੇ ਪਏ ਵੀ ਜੋੜੇ ਪਾ ਕੇ ਵੀ ਕੜਾਹ ਪ੍ਰਸ਼ਾਦ ਦੇਗ ਤਿਆਰ ਕਰੀ ਜਾਂਦੇ, ਆਖੇ ਠੰਡ ਲੱਗ ਜੂਗੀ। ਤੇ ਗੁਰੂ ਕੇ ਲਾਲਾ ਨੇ ਤੇ ਠੰਡ ਦੀ ਪ੍ਰਵਾਹ ਨਹੀਂ ਕੀਤੀ ਸੀ। ਇੰਨੀ ਠੰਡ ਸੀ ਪਰ ਮਰਿਆਦਾ ਰੱਖੀ ਨਾ ਫਿਰ ਵੀ। ਭਾਈ ਜੈ ਸਿੰਘ ਨੇ ਮਰਿਆਦਾ ਦੇ ਖਾਤਰ ਤੇ ਆਪਣਾ ਖਲ ਲਵਾ ਲਈ ਆ, ਤੇ ਅਸੀਂ ਕਹਿੰਦੇ ਠੰਡ ਲੱਗ ਜੂਗੀ ਜੀ, ਜੋੜੇ ਪਾ ਕੇ ਦੇਗ ਤਿਆਰ ਕਰ ਲਈਏ। ਤੇ ਉਹਨਾਂ ਬਾਬਤ ਵੀ ਮਹਾਰਾਜ ਕਹਿੰਦੇ ਲੋਹ ਲਗਾਵੇ ਚਰਨ। ਤੇ ਇਦਾਂ ਫਿਰ ਜਿਹੜਾ ਵੀ ਗੰਦੇ ਮੰਦੇ ਚਰਨ ਫਿਰ ਲਾਈ ਜਾਂਦਾ ਆ ਲੋਹ ਤੇ, ਜਾਂ ਉਸ ਚੌਂਕੇ ਤੇ ਆ ਜਾਂਦਾ ਜੋੜੇ ਪਾ ਕੇ, ਚੱਪਲਾਂ ਪਾ ਕੇ, ਕੋਈ ਟੋਕਣ ਵਾਲਾ ਵੀ ਨਾ ਹੈਗਾ। ਕਹੇ ਗੋਬਿੰਦ ਲਾਲ ਜੀ ਫਿਰ ਹੋਏ ਤੇ ਸਮਰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਨਮ ਮਰਨ ਦੇ ਗੇੜ ਵਿੱਚ ਫਸਿਆ ਰਹੂਗਾ, ਮੁਕਤੀ ਉਹਦੀ ਕੋਈ ਨਹੀਂ। ਤਾਂ ਇਹ ਕੜਾਹ ਪ੍ਰਸ਼ਾਦ ਦੀ ਦੇਗ ਆ ਵੀ ਜਿਨ੍ਹਾਂ ਦੇ ਹਿੱਸੇ ਮਰਿਆਦਾ ਆਈ ਆ ਨਾ ਕੜਾਹ ਪ੍ਰਸ਼ਾਦ ਦੀ ਦੇਗ ਦੀ ਤਿਆਰ ਕਰਨ ਦੀ, ਤੇ ਉਹ ਮੇਰੇ ਵੀਰ ਜਿਹੜੇ ਹਨ ਇਸ ਗੱਲ ਤੇ ਜ਼ਰੂਰ ਅਮਲ ਕਰਨ। ਤੇ ਅੱਗੇ ਮਹਾਰਾਜ ਕਿਰਪਾ ਕਰਦੇ ਹਨ। ਚੌਪਈ ਦੇ ਵਿੱਚ, ਦੀਵਾਨ ਦੇ ਵਿੱਚ ਜਦੋਂ ਦੀਵਾਨ ਲੱਗਦਾ ਹੈ, ਸੰਗਤਾਂ ਦਾ ਢਾਡੀ ਸਾਹਿਬਾਨ ਆਉਂਦੇ ਹਨ, ਕੀਰਤਨੀਏ ਕੀਰਤਨ ਕਰਦੇ ਹਨ, ਕਵੀਸ਼ਰ ਕਥਾਵਾਚਕ ਹੁਕਮਨਾਮਾ ਸਾਹਿਬ ਦੀ ਕਥਾ ਗੁਰਬਾਣੀ ਦਾ ਜਸ ਹੁੰਦਾ ਹੈ, ਤਾਂ ਉਸ ਸਮੇਂ ਕਿਵੇਂ ਜਾਣਾ ਚਾਹੀਦਾ ਹੈ, ਕਿਵੇਂ ਬੈਠਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਤੇ ਜਿਹੜੇ ਇਸ ਗੱਲਾਂ ਦਾ ਧਿਆਨ ਨਹੀਂ ਰੱਖਦੇ ਤੇ ਉਹ ਤਨਖਾਹੀਏ ਹਨ। ਮਹਾਰਾਜ ਆਖਦੇ ਹਨ, ਚੌਪਈ ਲਗੇ ਦੀਵਾਨ ਸੁਣ ਮੂਲ ਨਾ ਜਾਵੇ। ਮਹਾਰਾਜ ਕਹਿੰਦੇ ਵੀ ਜਦੋਂ ਪਤਾ ਹੋਵੇ ਵੀ ਦੀਵਾਨ ਲੱਗਾ ਆ, ਭਾਵੇਂ ਪਿੰਡ ਦੇ ਵਿੱਚ ਵੀ ਲੱਗਾ ਹੁੰਦਾ ਨਾ ਦੀਵਾਨ, ਕਈ ਵਾਰ ਪਿੰਡ ਦੇ ਵਿੱਚ ਵੀ ਆਪਾਂ ਗੁਰਪੁਰਬ ਮਨਾਉਂਦੇ ਹਾਂ ਜਾਂ ਗੁਰੂ ਸਾਹਿਬ ਜੀ ਦਾ ਕੋਈ ਇਤਿਹਾਸਕ ਦਿਹਾੜਾ ਮਨਾਉਂਦੇ ਹਾਂ, ਤਾਂ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਘਰ 'ਚ, ਪਰ ਫਿਰ ਵੀ ਆਲਸ ਕਰਕੇ ਜਾਂ ਜਾਂਦਾ ਹੀ ਨਹੀਂ ਗੁਰਦੁਆਰੇ। ਉਹਨਾਂ ਬਾਰੇ ਆ ਵੀ ਜਿਹੜੇ ਲਗੇ ਦੀਵਾਨ ਸੁਣ ਮੂਲ ਨਾ ਜਾਵੇ, ਬਿਲਕੁਲ ਨਹੀਂ ਜਾਂਦੇ, ਪਤਾ ਹੋਣ ਦੇ ਬਾਵਜੂਦ ਵੀ ਸੰਗਤ ਦੇ ਵਿੱਚ ਆਉਣਾ ਨਹੀਂ ਕਰਦੇ। ਰਹਿਤ ਬਿਨਾ ਪ੍ਰਸਾਦ ਵਰਤਾਵੇ। ਤੇ ਮਹਾਰਾਜ ਕਹਿੰਦੇ ਬਿਨਾਂ ਰਹਿਤ ਤੋਂ, ਬਿਨਾਂ ਸੁਚਮਤਾ ਤੋਂ, ਰਹਿਣੀ ਬਹਿਣੀ ਤੋਂ ਬਗੈਰ ਪ੍ਰਸ਼ਾਦ ਵਰਤਾਉਂਦੇ ਹਨ। ਲੰਗਰ ਹਾਲ ਦੇ ਵਿੱਚ ਸੇਵਾ ਕਤੇ ਕਰ ਲੈਂਦੇ ਹਨ, ਪਰ ਰਹਿਤ ਕੋਈ ਨਹੀਂ ਪਤਾ ਵੀ ਉੱਦਾਂ ਵਰਤਾਈ ਜਾਂਦੇ ਹਨ। ਤਾਂ ਉਦੋਂ ਵੀ ਧਿਆਨ ਰੱਖਣਾ ਚਾਹੀਦਾ ਜਦੋਂ ਪ੍ਰਸ਼ਾਦੇ ਵਰਤਾਉਣੇ ਚਾਹੀਦੇ, ਤੇ ਕਈ ਤੇ ਹੱਥਾਂ ਦੇ ਵਿੱਚ ਹੀ ਦੇਈ ਜਾਂਦੇ ਹਨ। ਚਮਚੇ ਵਰਤਾਉਂਦੇ ਉਹ ਵੀ ਹੱਥਾਂ ਦੇ ਵਿੱਚ ਦੇਈ ਜਾਂਦੇ ਆ, ਥਾਲ ਵਰਤਾਉਂਦੇ ਉਹ ਵੀ ਹੱਥਾਂ ਦੇ ਵਿੱਚ, ਗਲਾਸ ਵੀ। ਤਾਂ ਇਹ ਗੱਲ ਬਿਲਕੁਲ ਨਹੀਂ ਕਰਨੀ, ਦੂਰੋਂ ਸੁੱਟਣੇ ਚਾਹੀਦਾ, ਥੋੜ੍ਹੀ ਦੂਰੀ ਤੋਂ। ਕਿਉਂ? ਛਕਣ ਵਾਲੇ ਦੇ ਹੱਥ ਜੂਠੇ ਹੁੰਦੇ ਨੇ। ਜਦੋਂ ਪ੍ਰਸ਼ਾਦਾ ਆਪਾਂ ਹੱਥਾਂ 'ਚ ਹੀ ਦੇ ਦਿੱਤਾ, ਥਾਲ ਹੱਥਾਂ 'ਚ ਹੀ ਦੇ ਦਿੱਤਾ, ਤੇ ਫਿਰ ਤੇ ਭਾਈ ਉਹ ਆਪਾਂ ਵੀ ਜੂਠ ਲੱਗ ਗਈ, ਤੇ ਇਵੇਂ ਆਪਾਂ ਕਰ ਦਿੰਦੇ ਸਭ ਕੁਝ। ਤਾਂ ਇਸ ਗੱਲ ਦਾ ਵੀ ਮੇਰੇ ਭਰਾ ਭੈਣਾਂ ਧਿਆਨ ਰੱਖਣ। ਇਹਦੇ ਵਿੱਚ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਆ, ਇਹ ਤੇ ਮਹਾਰਾਜ ਦੇ ਬਚਨ ਹਨ ਵੀ ਰਹਿਤ ਬਿਨਾਂ ਪ੍ਰਸਾਦ ਵਰਤਾਵੇ। ਉਹ ਗੱਲ ਆਈ ਹੈ ਵਿੱਚ, ਤਾਂ ਗੱਲ ਕੀਤੀ ਹੈ ਵੀ ਇਸ ਗੱਲ ਦਾ ਵੀ ਧਿਆਨ ਰੱਖਣ। ਜਿਸ ਵੇਲੇ ਜਦੋਂ ਆਪਾਂ ਜਲ ਵੀ ਵਰਤਾਉਂਦੇ ਹਨ ਤੇ ਗਲਾਸ ਨੂੰ ਜਾਂ ਬਾਟੇ ਨੂੰ, ਜਿਹੜੇ ਭਾਂਡੇ ਨਾਲ ਜਲ ਵਰਤਾਉਂਦੇ ਵੀ ਉਹ ਨਾ ਲੱਗੇ, ਇਸ ਗੱਲ ਦਾ ਵੀ ਧਿਆਨ ਰੱਖਣਾ ਕਰੋ। ਸੂਹਾ ਪੈਰ ਲਏ ਨ ਸਵਾਰ, ਤੇ ਭੜਕੀਲੇ ਰੰਗ ਪਾ ਕੇ ਸੂਹੇ ਵਰਗੇ ਆ ਜਾਂਦੇ ਹਨ ਕਈ, ਤੇ ਲਏ ਨ ਸਵਾਰ, ਤੇ ਸੈਂਟ ਆਦਿਕ ਸੁਗੰਧੀਆਂ ਲਾਉਂਦੇ ਹਨ, ਜਿਹੜੀਆਂ ਨਿਰੀਆਂ ਕੈਮੀਕਲ ਹੈ, ਸਰੀਰ ਦੇ ਚਮੜੀ ਲਈ ਵੀ ਖਤਰਨਾਕ ਨੇ। ਡਾਕਟਰ ਵੀ ਇਹ ਗੱਲ ਕਹਿੰਦੇ ਵੀ ਉਹਨਾਂ ਦੇ ਵਿੱਚ ਕੈਮੀਕਲ ਬੜਾ ਭਿਆਨਕ ਪੈਂਦਾ ਹੈ ਜੋ ਚਮੜੀ ਲਈ ਖਤਰਨਾਕ ਹੈ। ਤਾਂ ਮਹਾਰਾਜ ਆਖਦੇ ਜੋ ਇਸ ਤਰ੍ਹਾਂ ਕਰਦੇ ਹਨ, ਕਹੇ ਗੋਬਿੰਦ ਜਮ ਕਰੇ ਖਵਾਰ, ਉਹਨਾਂ ਨੂੰ ਕਹਿੰਦੇ ਜਮਦੂਤ ਹੀ ਖਵਾਰ ਕਰੂਗਾ। ਫਿਰ ਜਿਹੜੇ ਇਸ ਤਰ੍ਹਾਂ ਫਿਰ ਰਹਿਣੀ ਬਹਿਣੀ ਨਹੀਂ ਰੱਖਦੇ, ਵੀ ਸੰਗਤ ਵਿੱਚ ਨਹੀਂ ਆਉਂਦੇ, ਪਤਾ ਹੋਣ ਦੇ ਬਾਵਜੂਦ ਆਲਸ ਕਰਕੇ, ਕਹੇ ਗੋਬਿੰਦ ਜਮ ਕਰੇ ਖਵਾਰ। ਮਹਾਰਾਜ ਕਹਿੰਦੇ ਅਸੀਂ ਤਾਂ ਇਹੋ ਆਉਂਦੇ ਹਾਂ, ਫਿਰ ਜਮਦੂਤ ਹੀ ਉਹਨਾਂ ਨੂੰ ਖਵਾਰ ਕਰਨਾ ਕਰੂਗਾ। ਮਾਈ ਭੈਣ ਜੋ ਆਵੇ ਸੰਗਤ, ਕਹਿੰਦੇ ਮਾਤਾਵਾਂ ਭੈਣਾਂ ਜੋ ਸੰਗਤ ਵਿੱਚ ਆਉਂਦੀਆਂ ਹਨ ਤੇ ਸੰਗਤ ਦੇ ਵਿੱਚ ਆਣ ਕਰਕੇ ਬੈਠਦੀਆਂ ਸੱਚਦੀਆਂ ਹਨ। ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ, ਤੇ ਜਿਹੜਾ ਉਹਨਾਂ ਦੇ ਵੱਲ
ਸੰਗਤ ਦੇ ਵਿੱਚ ਵੀ ਬੁਰੀ ਦ੍ਰਿਸ਼ਟੀ ਨਾਲ ਵੇਖਦਾ ਹੈ, ਮਾੜੀ ਨਿਗਾਹ ਕਾਮ ਦੀ ਦ੍ਰਿਸ਼ਟੀ ਦੇ ਨਾਲ ਵੇਖਣਾ ਕਰਦਾ ਹੈ ਕਿਸੇ ਮਾਈ ਵੱਲ, ਕਿਸੇ ਭੈਣ ਵੱਲ। ਤੇ ਉਹਨਾਂ ਲਈ ਮਹਾਰਾਜ ਆਖਦੇ ਹਨ, ਸਿੱਖ ਹੋਏ ਮਨ ਕਰੇ ਕਰੋਧ। ਤੇ ਸੰਗਤ ਵਿੱਚ ਆ ਤੇ ਗਿਆ, ਪਰ ਸਿੱਖ ਹੋਏ ਮਨ ਕਰੇ ਕਰੋਧ। ਸੇਵਾ ਤੇ ਕਰਨ ਦਿਆ, ਪਰ ਸਿੱਖ ਹੋ ਕੇ ਮਨ ਦੇ ਵਿੱਚ ਕਰੋਧ ਧਰੀ ਬੈਠਾ ਹੈ ਵੀ ਮੈਨੂੰ ਬਾਲਟੀ ਨਹੀਂ ਫੜਨ ਦਿੱਤੀ, ਮੈਨੂੰ ਨਹੀਂ ਵਰਤਾਉਣ ਦਿੱਤਾ, ਜਾਂ ਮੈਨੂੰ ਅੱਗੇ ਨਹੀਂ ਬੈਠਣ ਦਿੱਤਾ, ਜਾਂ ਮੈਨੂੰ ਭਾਈ ਥੋੜ੍ਹਾ ਪਾ ਗਿਆ, ਜਾਂ ਮੈਨੂੰ ਵੱਧ ਕੜਾਹ ਪ੍ਰਸ਼ਾਦ ਦੇ ਗਿਆ। ਇਸ ਤਰ੍ਹਾਂ ਕਿਸੇ ਤਰ੍ਹਾਂ ਵੀ ਕਰੋਧ ਕਰੇ ਸੰਗਤ ਵਿੱਚ ਆਣ ਕਰਕੇ, ਖਾਸ ਕਰਕੇ, ਜਾਂ ਸੇਵਾ ਕਰਦਿਆਂ ਲੰਗਰ ਆਦਿਕ ਛਕਦਿਆਂ ਵੀ ਇਸ ਤਰ੍ਹਾਂ ਜੇ ਕੋਈ ਕਰੋਧ ਕਰੇ। ਕੰਨਿਆ ਮੂਲ ਨਾ ਦੇਵੇ ਸੋਧ। ਤੇ ਸੋਚ ਸਮਝ ਕੇ ਜੇਕਰ ਕੋਈ ਕੰਨਿਆ ਦਾ ਰਿਸ਼ਤਾ ਨਾ ਕਰੇ, ਵੀ ਐਵੇਂ ਵੀ ਕਰ ਦੇਵੇ, ਵੀ ਅੱਗੋਂ ਤਾਂ ਵੇਖੋ ਵੀ ਪਰਿਵਾਰ ਕਿਹੋ ਜਿਹਾ, ਨਸ਼ਾ ਆਦਿਕ ਤੇ ਨਹੀਂ ਕਰਦਾ, ਗੁਰੂ ਘਰ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਹੋਰ ਕਿਸੇ ਤੇ ਟੇਕ ਤੇ ਨਹੀਂ ਰੱਖਦਾ। ਤਾਂ ਇਸ ਤਰ੍ਹਾਂ ਜੀ ਜੇ ਕੋਈ ਸੋਝੀ ਕਰਨ ਤੋਂ ਬਗੈਰ ਹੀ ਕੰਨਿਆ ਦਾ ਰਿਸ਼ਤਾ ਕਰ ਦੇਵੇ, ਕੰਨਿਆ ਦੇ ਦੇਵੇ, ਉਹਨਾਂ ਬਾਬਤ ਦੀ ਮਹਾਰਾਜ ਵਿੱਚ ਇਹ ਬਚਨ ਆਖਦੇ ਹਨ, ਧੀ ਭੈਣ ਕਾ ਪੈਸਾ ਖਾਏ। ਤੇ ਮਹਾਰਾਜ ਕਹਿੰਦੇ ਜਿਹੜੀਆਂ ਧੀਆਂ ਤੇ ਭੈਣਾਂ ਦਾ ਪੈਸਾ ਖਾਂਦੇ ਹਨ, ਹੁਣ ਇੱਥੇ ਆਪ ਜੀ ਭੁਲੇਖਾ ਨਾ ਖਾਓ, ਇੱਥੇ ਉਹਨਾਂ ਦੀ ਗੱਲ ਨਹੀਂ ਹੈ ਵੀ ਜਿਨ੍ਹਾਂ ਦੇ ਘਰੇ ਕਿਸੇ ਦੀ ਭੈਣ, ਮਾਤਾਵਾਂ ਜਾਂ ਬੇਟੀ ਵੀ ਜੋਬ ਵਗੈਰਾ ਕਰਦੀ ਹੈ, ਵੀ ਉਹ ਤਨਖਾਹ ਦੀ ਗੱਲ ਕਰਦੇ ਹਨ, ਵੀ ਉਹਨਾਂ ਦੀ ਤਨਖਾਹ ਖਾਂਦੇ, ਉਹ ਗੱਲ ਨਹੀਂ ਹੈ। ਇੱਥੇ ਗੱਲ ਹੈ ਵੀ ਜਿਵੇਂ ਅੱਜ ਹੁਣ ਅਜੋਕੇ ਸਮੇਂ ਦੀ ਗੱਲ ਕਰੀਏ, ਧੀਏ ਭੈਣ ਕਾ ਪੈਸਾ ਖਾਏ, ਉਹ ਬੰਦਿਆਂ ਦੀ ਗੱਲ ਹੈ। ਜਿਵੇਂ ਅੱਜ ਚੱਲਦਾ ਨਾ ਵੀ PR ਬਦਲੇ ਬਾਹਰ ਦਾ ਬੰਦਾ ਬੁੱਢਾ ਲੱਭ ਲਿਆ, ਉਹਦੇ ਨਾਲ ਹੀ ਆਪਣੀ ਕੁੜੀ ਵਿਆਹਤੀ। ਉਹ ਉਮਰ ਦੇ ਵਿੱਚ 20-30 ਸਾਲ ਦਾ ਫਰਕ ਹੁੰਦਾ। ਆਮ ਹੀ ਆ ਹੁਣ ਨੈੱਟ ਤੇ ਆਉਂਦੀਆਂ ਖਬਰਾਂ ਵੀ ਉਹ ਬਜ਼ੁਰਗ ਦੇ ਨਾਲ ਬਸ PR ਕਰਕੇ ਵੀ ਨਾਲ ਸਾਡਾ ਵੀ ਤੁੱਕਾ ਲੱਗ ਜੂ, ਅਸੀਂ ਵੀ ਬਾਹਰ ਚੱਲ ਜਾਂਗੇ ਪੈਸਿਆਂ ਲਈ। ਇੱਦਾਂ ਫਿਰ ਪੈਸਿਆਂ ਖਾਤਰ ਜਿਹੜੇ ਫਿਰ ਕੁੜੀਆਂ ਨੂੰ ਇੱਦਾਂ ਫਿਰ ਸੋਚਦੇ ਨਹੀਂ, ਬਜ਼ੁਰਗਾਂ ਦੇ ਨਾਲ ਹੀ ਵਿਆਹੀ ਜਾਂਦੇ, ਬੁੱਢਿਆਂ ਦੇ ਨਾਲ ਹੀ ਵਿਆਹੀ ਜਾਂਦੇ। ਉਹਨਾਂ ਦੀ ਗੱਲ ਕੀਤੀ ਮਹਾਰਾਜ ਨੇ ਵੀ ਵੇਖਿਆ ਨਹੀਂ, ਵਿਚਾਰਿਆ ਨਹੀਂ। ਤਾਂ ਪੈਸਿਆਂ ਖਾਤਰ ਜਿਹੜਾ ਇਸ ਤਰ੍ਹਾਂ ਵਪਾਰ ਕਰਦਾ, ਤਾਂ ਇੱਦਾਂ ਫਿਰ ਧੀਆਂ ਭੈਣਾਂ ਦਾ ਪੈਸਾ ਖਾਂਦਾ। ਜਾਂ ਇੱਕ ਹੋਰ ਅਰਥ ਫਿਰ ਕਰਦੇ ਨੇ ਵਿਦਵਾਨ ਵੀ ਵਿਆਹ ਤੋਂ ਬਾਅਦ ਫਿਰ ਉਹ ਧੀ ਦਾ ਸਹੁਰਾ ਘਰ ਹੀ ਖਾਈ ਗਏ। ਤਾਂ ਉਹਨਾਂ ਦਾ ਵੀ ਗੱਲ ਇਸ ਤਰ੍ਹਾਂ। ਤੇ ਜਿਹੜਾ ਇਸ ਤਰ੍ਹਾਂ ਕਰਦਾ ਹੈ ਤੇ ਮਹਾਰਾਜ ਕਹਿੰਦੇ ਹੈ ਗੋਬਿੰਦ ਧੱਕੇ ਜਮ ਖਾਏ। ਤੇ ਉਹਨਾਂ ਬਾਬਤ ਮਹਾਰਾਜ ਕਹਿੰਦੇ ਫਿਰ ਧੱਕੇ ਖਾਣਗੇ ਉਹ, ਫਿਰ ਕਿੱਥੇ ਉਹ ਫਿਰ ਟਿਕ ਕੇ ਬਹਿ ਜਾਣਗੇ। ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਸੰਤੋਖ ਨਾ ਆਇਆ ਤੇ ਗੁਰੂ ਕੇ ਦਰਸ਼ਨ ਕਰਕੇ ਮਨ ਠੰਡਾ ਨਾ ਆਇਆ, ਤੇ ਕੀ ਅਮਰੀਕਾ ਕੈਨੇਡਾ ਫਿਰ ਵੀ ਉੱਥੋਂ ਦੀ PR ਲੈਣ ਵਾਸਤੇ ਵੀ ਬੁੱਢੇ ਨਾਲ ਵੀ ਆਪਣੀ ਕੁੜੀ ਵਿਆਹਤੀ, ਸ਼ਰਮ ਨਹੀਂ ਆਈ। ਤੇ ਮਹਾਰਾਜ ਨੇ ਭਜਨ ਲਿਖਦੇ, ਜਿਹੜਾ ਇੱਦਾਂ ਦਾ ਕਰਦਾ ਐਵੇਂ ਪੈਸੇ ਖਾਂਦਾ ਫਿਰ ਲੁੱਟ ਪੁੱਟ ਕੇ, ਪੈਸਿਆਂ ਬਦਲੇ ਆਪਣੀ ਕੁੜੀ ਦਾ ਰਿਸ਼ਤਾ ਤੇ ਕਰ ਦਿੱਤਾ। ਹੈ ਗੋਬਿੰਦ ਧੱਕੇ ਜਮ ਖਾਏ। ਮਹਾਰਾਜ ਕਹਿੰਦੇ ਉਹ ਫਿਰ ਧੱਕੇ ਖਾਣਗੇ, ਫਿਰ ਜਮਾਂ ਦੇ ਧੱਕੇ ਖਾਣਗੇ, ਨਰਕਾਂ ਦੇ ਧੱਕੇ ਖਾਣਗੇ। ਫਿਰ ਉਹਨਾਂ ਦੀ ਕਿਸਮਤ 'ਚ ਧੱਕੀ ਆ, ਸੁੱਖ ਸ਼ਾਂਤ ਕੋਈ ਨਹੀਂ। ਸਿੱਖ ਹੋਏ ਬਿਨ ਲੋਹ ਜੋ ਫਿਰੈ। ਕਹਿੰਦੇ ਸਿੱਖ ਹੋ ਕੇ ਬਿਨਾਂ ਲੋਹ ਭਾਵ ਲੋਹੇ ਤੋਂ ਬਗੈਰ ਅਰਥਾਤ ਸ਼ਸਤਰਾਂ ਤੋਂ ਬਿਨਾਂ ਜਿਹੜਾ ਫਿਰਦਾ ਆ, ਜਿਹੜਾ ਸਿੱਖ ਹੋ ਕੇ 5 ਕਕਾਰ ਨਹੀਂ ਧਾਰਨ ਕਰਦਾ, ਕਿਰਪਾਨ ਨਹੀਂ ਧਾਰਨ ਕਰਦਾ, ਕਿਰਪਾਨ ਧਾਰਨ ਕਰਕੇ ਬਿਨਾਂ ਧਾਰਨ ਕਰਕੇ ਫਿਰਦਾ ਹੈ, ਵਿਚਰਦਾ ਹੈ, ਉਹਨਾਂ ਬਾਬਤ ਵੀ ਮਹਾਰਾਜ ਆਖਦੇ ਹਨ ਆਵਤ ਜਾਵਤ ਜਨਮ ਮਰੇ। ਕਹਿੰਦੇ ਆਉਣ ਜਾਣ ਦੇ ਗੇੜ ਵਿੱਚ ਫਸਿਆ ਰਹੂਗਾ, ਜੰਮਦਾ ਰਹੂਗਾ, ਮਰਦਾ ਰਹੂਗਾ, ਐਵੇਂ 84 ਲੱਖ ਦੇ ਗੇੜ ਦੇ ਵਿੱਚ ਫਸਿਆ ਰਹੂਗਾ। ਉਹਨਾਂ ਲਈ ਮੁਕਤੀ ਕੋਈ ਨਹੀਂ। ਮਾਲ ਅਤਿਥ ਕਾ ਬਲ ਕਰ ਛਲੇ। ਤੇ ਜਿਹੜੇ ਬੰਦੇ ਕਿਸੇ ਮਹਿਮਾਨ ਦਾ, ਕਿਸੇ ਯਾਰ ਮਿੱਤਰ ਮਹਿਮਾਨ ਦਾ, ਪ੍ਰਾਹੁਣਿਆਂ ਦਾ ਮਾਲ ਜਿਹੜਾ ਹੈ ਭਾਵ ਧਨ ਜਿਹੜਾ ਹੈ, ਬਲ ਕਰ ਛਲੇ ਤੇ ਆਪਣੇ ਬਲ ਦੇ ਨਾਲ, ਤਾਕਤ ਦੇ ਨਾਲ ਛਲ ਲੈਂਦਾ ਹੈ, ਧੋਖੇ ਦੇ ਨਾਲ ਮਹਿਮਾਨਾਂ ਦਾ, ਪ੍ਰਾਹੁਣਿਆਂ ਦਾ ਜਿਹੜਾ ਇੱਦਾਂ ਫਿਰ ਪੈਸਾ ਖਾਂਦਾ ਨਾ, ਛਲ ਲੈਂਦਾ ਹੈ, ਉਹਨਾਂ ਬਾਬਤ ਵੀ ਮਹਾਰਾਜ ਕਹਿੰਦੇ ਹਨ ਜਪ ਤਪ ਤਾਕੋ ਸਭ ਨਹਿ ਫਲੇ। ਤੇ ਭਾਵੇਂ ਜਿੰਨਾ ਮਰਜ਼ੀ ਅਗਲੇ ਦਾ ਫਿਰ ਜਪ ਤਪ ਹੋਵੇ, ਪਰ ਕੰਮ ਪੁੱਠਾ ਕਰਤਾ ਨਾ। ਜਪ ਤਪ ਤੇ ਤੇਰਾ ਹੈਗਾ ਸੀ,
ਨਾਮ ਸਿਮਰਨ ਤੇ ਹੈ ਸੀ, ਪਰ ਮਨ ਦੇ ਵਿੱਚ ਲਾਲਚ ਸੀ ਤੇ ਲਾਲਚ ਕਰਕੇ ਛਲ ਦੇ ਨਾਲ ਤੂੰ ਕਿਸੇ ਦਾ ਧਨ ਖੋਇਆ, ਪੈਸਾ ਖੋਇਆ, ਠੱਗੀ ਮਾਰੀ। ਤੇ ਮਹਾਰਾਜ ਕਹਿੰਦੇ ਜਪ ਤਪ ਤਾਂ ਕੋ ਸਭ ਨਹਿ ਫਲੇ, ਉਹਦਾ ਕੋਈ ਤੈਨੂੰ ਫਲ ਨਹੀਂ ਮਿਲਣਾ ਜਪ ਤਪ ਦਾ, ਉਹ ਅਜਾਈਂ ਕੀਤਾ, ਬਸ ਅਜਾਈਂ ਕਵਾਲਿਆ ਤੂੰ। ਹੱਕ ਪਰਾਇਆ ਨਾਨਕਾ ਸਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਕਹਿੰਦੇ ਸੂਰ ਦੇ ਬਰਾਬਰ ਆ, ਮੁਸਲਮਾਨਾਂ ਲਈ ਸੂਰ ਆ ਹਰਾਮ ਆ, ਤੇ ਗਾਂ ਹਿੰਦੂਆਂ ਲਈ ਪਵਿੱਤਰ ਹੈ। ਗਾਂ ਦਾ ਮਾਸ ਖਾਣਾ ਤੇ ਸੂਰ ਦਾ ਮਾਸ ਖਾਣ ਦੇ ਬਰਾਬਰ ਆ। ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਤੇਰੀ ਹਮਾਇਤ ਪਰਮੇਸ਼ਰ ਤਾਂ ਕਰੂਗਾ ਜੇ ਤੂੰ ਹਰਾਮ ਦਾ ਮਾਲ ਨਹੀਂ ਖਾਊਂਗਾ, ਠੱਗੀ ਕਰਕੇ ਨਹੀਂ ਖਾਊਂਗਾ। ਜੇ ਦਸਾਂ ਨੂੰਹਾਂ ਦੀ ਕਿਰਤ ਕਰੇਗਾ ਤਾਂ ਪਰਮੇਸ਼ਰ ਤੇਰੀ ਹਮਾਇਤ ਕਰੂੰਗਾ। ਜੇ ਮਾਰਦਾ ਹੀ ਠੱਗੀ ਪਿਆ ਤੇ ਇਹ ਰੱਖੇ ਮਨ ਦੇ ਵਿੱਚ ਵੀ ਪਰਮੇਸ਼ਰ ਮੇਰੀ ਮਦਦ ਕਰੇ, ਭੁੱਲ ਜਾ। ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਪਹਿਲਾਂ ਮੁਰਦਾਰ ਖਾਣਾ, ਪਰਾਇਆ ਹੱਕ ਖਾਣਾ, ਹਰਾਮ ਦੀ ਕਮਾਈ ਖਾਣੀ ਛੱਡ ਦੇ, ਫਿਰ ਹੀ ਤੈਨੂੰ ਬਾਂਹ ਕਲਗੀਧਰ ਪਾਤਸ਼ਾਹ ਫੜੇਗਾ। ਤੇ ਮਹਾਰਾਜ ਕਹਿੰਦੇ ਜਪ ਤਪ ਤਾਂ ਕੋ ਸਭ ਨਹਿ ਫਲੇ, ਤੇ ਉਹਦਾ ਜਪ ਤਪ ਗਿਆ ਜਾਈ ਜਿਹੜਾ ਏਦਾਂ ਕਰਦਾ ਹੈ, ਛਲ ਕਰਦਾ ਹੈ, ਠੱਗੀ ਠੌਰੀ ਕਰਦਾ ਹੈ। ਤੁਰਕ ਦੇਖ ਸਿਰ ਤੈ ਹੱਥ ਧਰੇ, ਤੁਰਕ ਵੇਖ ਕੇ ਸਿਰ ਤੇ ਜਿਹੜਾ ਹੱਥ ਉਹਦੇ ਧਰਦਾ ਹੈ, ਆਸ਼ੀਰਵਾਦ ਆਦਿਕ ਦਿੰਦਾ ਹੈ। ਸੋ ਤਨਖਾਈ ਅਦਕ ਹੈ ਨਰੈ, ਕਹਿੰਦੇ ਉਹ ਬਹੁਤ ਵੱਡਾ ਤਨਖਾਹੀਆ ਆ, ਬਹੁਤ ਵੱਡਾ ਗੁਨੇਗਾਰ ਆ ਭਾਈ, ਉਹਦੇ ਤੇ ਧਰਮਦੰਡ ਲਾਗੂ ਹੁੰਦਾ ਹੈ। ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਬਚਨ ਨੇ। ਤਨਖਾਹਨਾਮਾ ਸਾਹਿਬ ਜੀ ਦੀ ਕਥਾ ਦੇ ਵਿੱਚ, ਅੱਜ ਦੀ ਕਥਾ ਦੇ ਵਿੱਚ ਮਹਾਰਾਜ ਨੇ ਕੜਾਹ ਪ੍ਰਸ਼ਾਦ ਦੀ ਵਿਧ ਬਾਰੇ ਦੱਸਿਆ ਹੈ, ਕਿਵੇਂ ਤਿਆਰ ਕਰਨੀ ਹੈ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਸੰਗਤ ਵਿੱਚ ਕਿਵੇਂ ਆਉਣਾ ਹੈ, ਕਿਹੋ ਜਿਹੇ ਕੱਪੜੇ ਨਹੀਂ ਪਹਿਨ ਕੇ ਆਉਣਾ, ਤੇ ਧੀ ਭੈਣ ਦੇ ਪੈਸੇ ਖਾਣ ਬਾਬਤ ਵੀ ਦੱਸਿਆ। ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਤੇ, ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ, ਮਹਾਰਾਜ ਸੁਮਤ ਬਖਸ਼ਣ, ਮਰਿਆਦਾ ਤੇ ਚੱਲਣ ਦਾ ਬਲ ਉਦਮ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਾ। ਤੁਰਕ ਦੇਖ ਸਿਰ ਤੇ ਹੱਥ ਧਰੇ, ਸੋ ਤਨਖਾਹੀ ਅਦਕ ਹੈ ਨਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।